ਦੋਸਤੋ, ਮੈਂ ਸੁਖਵਿੰਦਰ ਕੌਰ ਫਰੀਦਕੋਟ ਆਪ ਜੀ ਦੇ ਸਾਹਮਣੇ ਇੱਕ ਲੇਖ ਪੜ੍ਹਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਵਿਛੜਨਾ ਵੀ ਸਲੀਕੇਦਾਰ ਹੋਣਾ ਚਾਹੀਦਾ ਹੈ। ਜੀਵਨ ਵਿੱਚ ਮਨੁੱਖ ਅਨੇਕਾਂ ਲੋਕਾਂ ਨੂੰ ਮਿਲਦਾ ਹੈ ਅਤੇ ਅਨੇਕਾਂ ਲੋਕਾਂ ਤੋਂ ਵਿਛੜਦਾ ਹੈ। ਜ਼ਿੰਦਗੀ ਵਿੱਚ ਕੁਝ ਲੋਕ ਸਾਨੂੰ ਚੰਗੇ ਲੱਗਣ ਲੱਗਦੇ ਹਨ ਅਤੇ ਅਸੀਂ ਉਹਨਾਂ ਦੇ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਮੁਰੀਦ ਹੋ ਜਾਂਦੇ ਹਾਂ। ਇਸ ਵਿੱਚ ਸਾਡੇ ਅਧਿਆਪਕ, ਰਿਸ਼ਤੇਦਾਰ, ਦੋਸਤ, ਮਿੱਤਰ, ਕੁਲੀਗ ਵੀ ਆਉਂਦੇ ਹਨ। ਕਈ ਵਾਰ ਗਲੀ ਗੁਆਂਢ ਵਿੱਚ ਵੀ ਕਿਸੇ ਘਰ ਨਾਲ ਸਾਡੀ ਨੇੜਤਾ ਇੰਨੀ ਵੱਧ ਜਾਂਦੀ ਹੈ ਕਿ ਹਰ ਪਾਸੇ ਅਜਿਹੀ ਦੋਸਤੀ ਦੀ ਚਰਚਾ ਜਿਹੀ ਛਿੜ ਪੈਂਦੀ ਹੈ। ਜਦੋਂ ਦੋ ਦੋਸਤਾਂ, ਦੋ ਪਰਿਵਾਰਾਂ ਦੀ ਆਪਸ ਵਿੱਚ ਇੰਨੀ ਗੂੜ੍ਹੀ ਦੋਸਤੀ ਹੋ ਜਾਵੇ, ਇੱਕ ਨੂੰ ਦੇਖਦਿਆਂ ਦੂਜੇ ਬਾਰੇ ਆਪਣੇ ਆਪ ਯਾਦ ਆ ਜਾਂਦੀ ਹੈ, ਕਿਉਂਕਿ ਲੋਕ ਅਕਸਰ ਹੀ ਇਹਨਾਂ ਨੂੰ ਹਰ ਥਾਂ 'ਤੇ ਇਕੱਠਿਆਂ ਦੇਖਣ ਦੇ ਆਦੀ ਹੋ ਜਾਂਦੇ ਹਨ। ਜਦੋਂ ਇੰਨੀ ਨੇੜਤਾ ਵੱਧ ਜਾਂਦੀ ਹੈ, ਇੱਕ ਦੂਜੇ ਦੇ ਗੁਣਾਂ ਔਗਣਾਂ ਤੋਂ ਉਹ ਪਰਿਵਾਰ, ਉਹ ਦੋਸਤ ਭਲੀ ਭਾਂਤ ਜਾਣੂ ਹੋ ਜਾਂਦੇ ਹਨ। ਉਹ ਔਗਣ, ਉਹ ਰਾਜ਼ ਜੋ ਪੂਰਾ ਸਮਾਜ ਉਹਨਾਂ ਬਾਰੇ ਨਹੀਂ ਜਾਣਦਾ, ਸਿਰਫ ਉਹੀ ਇੱਕ ਦੂਜੇ 'ਤੇ ਜਾਣਦੇ ਹੁੰਦੇ ਹਨ। ਕਈ ਵਾਰ ਇੱਕ ਦੂਜੇ 'ਤੇ ਵਿਸ਼ਵਾਸ ਕਰਕੇ ਜਾਂ ਭਾਵਨਾਵਾਂ ਵਿੱਚ ਵਹਿ ਜਾਣ ਕਰਕੇ ਇੱਕ ਦੂਜੇ ਨੂੰ ਆਪਣੇ ਸਾਰੇ ਗੁੱਝੇ ਭੇਤ ਦੇ ਵਿੜਦੇ ਹਾਂ। ਉਸ ਸਮੇਂ ਤਾਂ ਲੱਗਦਾ ਹੈ ਕਿ ਮਨ ਤੋਂ ਬੋਝ ਲੈ ਗਿਆ ਅਜਿਹੀਆਂ ਗੱਲਾਂ ਕਰਕੇ। ਪਰ ਕਈ ਵਾਰ ਜ਼ਿੰਦਗੀ ਵਿੱਚ ਅਜਿਹੇ ਰਾਜ਼ ਜੋ ਹਮਦਰਦੀ ਪ੍ਰਾਪਤ ਕਰਨ ਲਈ ਜਾਂ ਆਪਣਾ ਸਮਝ ਕੇ ਸਾਂਝੇ ਕੀਤੇ ਜਾਂਦੇ ਹਨ, ਸਿਰਦਰਦੀ ਦਾ ਕਾਰਨ ਬਣ ਜਾਂਦੇ ਹਨ। ਜ਼ਰੂਰੀ ਨਹੀਂ ਕਿ ਜਿਸ ਇਨਸਾਨ ਨਾਲ ਸਾਡੀ ਅੱਜ ਬਹੁਤ ਜ਼ਿਆਦਾ ਬਣਦੀ ਹੈ, ਉਸ ਇਨਸਾਨ ਨਾਲ ਸਦਾ ਹੀ ਬਣਦੀ ਰਹੂਗੀ। ਜਦੋਂ ਦੋ ਦੋਸਤਾਂ ਦਾ ਰਿਸ਼ਤਾ ਆਪਸ ਵਿੱਚ ਟੁੱਟਦਾ ਹੈ, ਉਦੋਂ ਉਹ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਇੱਕ ਦੂਜੇ ਦੇ ਅਜਿਹੇ ਰਾਜ਼ ਖੋਲ੍ਹਦੇ ਹਨ ਕਿ ਸੁਣਨ ਵਾਲੇ ਦੇ ਹੋਸ਼ ਉੱਡ ਜਾਂਦੇ ਹਨ। ਉਦੋਂ ਦੱਸਣ ਵਾਲੇ ਨੂੰ ਬੜਾ ਪਛਤਾਵਾ ਹੁੰਦਾ ਹੈ, ਪਰ ਹੁਣ ਕੀ ਕੀਤਾ ਜਾ ਸਕਦਾ ਹੈ। ਔਖੇ ਸਮੇਂ ਇੱਕ ਦੂਜੇ ਦੀ ਸਹਾਇਤਾ ਕਰਕੇ, ਦੂਜਿਆਂ ਸਾਹਮਣੇ ਦੱਸ ਕੇ ਆਪਣੇ ਸਾਥੀ ਨੂੰ ਨੀਵਾਂ ਦਿਖਾਇਆ ਜਾਣਾ ਵੀ ਵਧੀਆ ਗੱਲ ਨਹੀਂ ਹੈ। ਇਸ ਵਿੱਚ ਜੇਕਰ ਲੱਗਦਾ ਹੈ ਕਿ ਸਾਹਮਣੇ ਵਾਲੇ ਨਾਲ ਸਾਡੀ ਜ਼ਿਆਦਾ ਸਮਾਂ ਨਹੀਂ ਬਣ ਸਕਦੀ, ਕਈ ਵਾਰ ਪਰਿਵਾਰ ਦੇ ਦਬਾਅ ਕਰਕੇ ਵੀ ਅਜਿਹੇ ਰਿਸ਼ਤੇ ਅੱਧ ਵਾਟੇ ਹੀ ਛੱਡਣੇ ਪੈਂਦੇ ਹਨ। ਇੱਥੇ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਚੁੱਪਚਾਪ ਪਾਸਾ ਵੱਟ ਲਿਆ ਜਾਵੇ। ਆਪਣੇ ਕਿਸੇ ਰੁਝੇਵੇਂ ਬਾਰੇ ਬਹਾਨਾ ਲਾ ਕੇ ਹੌਲੀ ਹੌਲੀ ਦੂਰੀ ਬਣਾਈ ਜਾਵੇ, ਤਾਂ ਜੋ ਸਾਹਮਣੇ ਵਾਲੇ ਨੂੰ ਇੰਨਾ ਦੁੱਖ ਨਾ ਹੋਵੇ ਤੇ ਸਮਾਜ ਉਹਨਾਂ 'ਤੇ ਨਾ ਹੱਸੇ। ਕੋਈ ਵੀ ਅਜਿਹੀ ਗੱਲ ਸਮਾਜ ਦੇ ਸਾਹਮਣੇ ਨਹੀਂ ਕਰਨੀ ਚਾਹੀਦੀ ਜਿਸ ਨਾਲ ਦੋਸਤੀ ਹੋਰ ਜ਼ਿਆਦਾ ਡੂੰਘੀ ਹੋ ਜਾਵੇ। ਜੇਕਰ ਕਿਸੇ ਕਾਰਨ ਦੂਰੀਆਂ ਵੱਧ ਗਈਆਂ ਹਨ ਤਾਂ ਸਾਂਝੇ ਇੱਕ ਦੋ ਵਿਸ਼ਵਾਸ ਪਾਤਰ ਦੋਸਤਾਂ ਨਾਲ ਮਿਲ ਕੇ ਹੱਲ ਕਰਨ ਦੀ ਕੋਸ਼ਿਸ਼ ਕਰੋ। ਜੇਕਰ ਲੱਗਦਾ ਹੈ ਕਿ ਬਿਲਕੁਲ ਸੰਭਵ ਨਹੀਂ, ਰਿਸ਼ਤਾ ਦੁਬਾਰਾ ਜੁੜ ਨਹੀਂ ਸਕਦਾ, ਤਾਂ ਬੜੇ ਸਲੀਕੇ ਨਾਲ ਆਪਣੇ ਦੋਸਤ ਜਾਂ ਰਿਸ਼ਤੇਦਾਰ ਨੂੰ ਅਲਵਿਦਾ ਕਹੋ ਕਿ ਉਸ ਦਾ ਘੱਟ ਤੋਂ ਘੱਟ ਦਿਲ ਦੁਖੀ ਹੋਵੇ। ਇਹ ਸ਼ਖਸੀਅਤ ਦਾ ਵਧੀਆ ਪੱਖ ਹੈ ਕਿ ਅਸੀਂ ਕਿੰਨੇ ਸੰਜਮ ਵਿੱਚ ਰਹਿ ਕੇ, ਆਪਣੇ ਆਪ 'ਤੇ ਕਾਬੂ ਰੱਖ ਕੇ ਆਪਣੇ ਮਿੱਤਰ ਨੂੰ ਅਲਵਿਦਾ ਆਖਦੇ ਹਾਂ। ਜੇਕਰ ਉਸ ਬਾਰੇ ਕਦੇ ਊਲ ਜਲੂਲ ਨਾ ਬੋਲਿਆ ਹੋਵੇਗਾ, ਤਾਂ ਕਦੇ ਵੀ ਅਚਾਨਕ ਕਿਸੇ ਮਹਿਫਲ ਵਿੱਚ ਮਿਲਣ 'ਤੇ ਆਮ ਵਰਗਾ ਵਿਵਹਾਰ ਕਰੋ। ਕਦੇ ਕੁਝ ਅਜਿਹਾ ਬਿਆਨ ਉਸ ਵਿਰੁੱਧ ਨਾ ਦੇਵੋ ਕਿ ਦੂਰੀਆਂ ਹੋਰ ਵੱਧ ਜਾਣ। ਸਗੋਂ ਆਪਣੇ ਅੰਦਰੋਂ ਸਵੈ ਵਿਸ਼ਲੇਸ਼ਣ, ਸਵੈ ਪੜਚੋਲ ਕਰੋ ਕਿ ਅਜਿਹਾ ਕਿਉਂ ਹੋਇਆ। ਹੋ ਸਕਦਾ ਹੈ ਸਮਾਂ ਪਾ ਕੇ ਇਹ ਦੋਸਤੀ ਦਾ ਰਿਸ਼ਤਾ ਇੰਨਾ ਪੱਕ ਜਾਵੇ ਕਿ ਦੁਬਾਰਾ ਕਦੇ ਨਾ ਟੁੱਟੇ। ਪਰ ਜੇਕਰ ਟੁੱਟ ਰਿਹਾ ਹੈ ਤਾਂ ਭੜਕਾਹਟ ਵਿੱਚ ਆ ਕੇ ਅਜਿਹੀਆਂ ਗੱਲਾਂ ਨਾ ਕਰੋ ਜਿਹੜੀਆਂ ਕਿ ਤੁਹਾਡਾ ਦੋਸਤ ਚਾਹੁੰਦਾ ਹੈ ਕਿ ਕਿਸੇ ਨੂੰ ਅਜਿਹੀਆਂ ਗੱਲਾਂ ਦਾ ਪਤਾ ਨਾ ਲੱਗੇ। ਉਸਦੇ ਰਾਜ ਕਿਸੇ ਅੱਗੇ ਨਾ ਫਰੋਲੋ। ਜੇਕਰ ਕੋਈ ਵਿਰੋਧੀ ਉਸਦੇ ਬਾਰੇ ਤੁਹਾਡੇ ਕੋਲ ਆ ਕੇ ਉਸਦੇ ਔਗਣ ਦੱਸ ਕੇ ਲੜਾਈ ਵਧਾਉਣਾ ਚਾਹੁੰਦਾ ਹੈ, ਤਾਂ ਤੁਸੀਂ ਉਸਦੀ ਸਗੋਂ ਪ੍ਰਸ਼ੰਸਾ ਕਰੋ ਅਤੇ ਕਹੋ, ਨਹੀਂ, ਉਹ ਤਾਂ ਬਹੁਤ ਵਧੀਆ ਇਨਸਾਨ ਹੈ, ਉਸ ਵੱਲੋਂ ਕੀਤੀਆਂ ਮਿਹਰਬਾਨੀਆਂ ਲੋਕਾਂ ਨੂੰ ਦੱਸੋ। ਜਦੋਂ ਅਜਿਹੀਆਂ ਗੱਲਾਂ ਉਸ ਨੂੰ ਲੋਕਾਂ ਦੁਆਰਾ ਸੁਣਨ ਨੂੰ ਮਿਲਣਗੀਆਂ,
ਉਸ ਦੀ ਕੜਵਾਹਟ ਘਟ ਜਾਵੇਗੀ। ਜੇਕਰ ਅਸੀਂ ਦੋਸਤੀ ਬਣਾਈ ਰੱਖਣ ਲਈ ਬਹੁਤ ਸਲੀਕੇ ਤੋਂ ਕੰਮ ਲੈਂਦੇ ਹਾਂ ਤਾਂ ਸਾਡੀ ਹੋਰ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ ਵਿਛੜਨ ਸਮੇਂ ਵੀ ਅਜਿਹੇ ਸਲੀਕੇਦਾਰੀ ਪੇਸ਼ ਕਰੀਏ ਕਿ ਕਿਸੇ ਗੱਲੋਂ ਪਛਤਾਵਾ ਨਾ ਹੋਵੇ। ਹਰ ਕੰਮ ਵਿੱਚ ਸੰਜਮ ਸਲੀਕਾ ਹੋਣਾ ਬਹੁਤ ਜ਼ਰੂਰੀ ਹੈ। ਸਲੀਕੇ ਨਾਲ ਸੰਜਮ ਭਰੇ ਸ਼ਬਦ ਆਪਣੇ ਮਿੱਤਰ ਪਿਆਰੇ ਬਾਰੇ ਬੋਲਣੇ ਤੁਹਾਡੀ ਸ਼ਖਸੀਅਤ ਨੂੰ ਚਾਰ ਚੰਨ ਲਾਉਂਦੇ ਹਨ। ਤੁਹਾਡਾ ਮਿੱਤਰ ਦੋਸਤ ਜੋ ਤੁਹਾਡੇ ਬਾਰੇ ਗਲਤਫਹਿਮੀ ਪਾਲੀ ਬੈਠਾ ਹੈ ਤੁਹਾਡਾ ਅਜਿਹੇ ਵਿਵਹਾਰ ਦੇਖ ਕੇ ਜ਼ਰੂਰ ਪਛਤਾਵੇਗਾ। ਕਈ ਵਾਰ ਪਤੀ ਪਤਨੀ ਆਪਸੀ ਲੜਾਈ ਸਮੇਂ ਆਪਣੇ ਜੀਵਨ ਸਾਥੀ ਦੇ ਦੂਜਿਆਂ ਸਾਹਮਣੇ ਔਗਣ ਫਰੋਲ ਕੇ ਉਸ ਨੂੰ ਦੂਜਿਆਂ ਸਾਹਮਣੇ ਨੀਵਾਂ ਦਿਖਾਉਂਦੇ ਹਨ। ਅਜਿਹਾ ਕਰਕੇ ਉਹ ਦੂਜਿਆਂ ਦੀ ਨਜ਼ਰ ਵਿੱਚ ਆਪਣੇ ਹੀ ਜੀਵਨ ਸਾਥੀ ਨੂੰ ਹੇਠਾਂ ਸੁੱਟ ਦਿੰਦੇ ਹਨ। ਜੇਕਰ ਧੀ ਆਪਣੇ ਪਤੀ ਦੀਆਂ ਬੁਰਾਈਆਂ ਕਰਕੇ ਆਪਣੇ ਮਾਪਿਆਂ ਤੇ ਰਿਸ਼ਤੇਦਾਰਾਂ ਕੋਲ ਉਸ ਦੀ ਇੱਜ਼ਤ ਨੂੰ ਗਵਾਉਂਦੀ ਹੈ ਤਾਂ ਉਸ ਧੀ ਦੀ ਗਲਤੀ ਹੈ ਕਿ ਉਹ ਅਜਿਹਾ ਨਾ ਕਰੇ। ਫਿਰ ਉਸੇ ਧੀ ਨੂੰ ਆਪਣੇ ਮਾਪਿਆਂ ਜਾਂ ਰਿਸ਼ਤੇਦਾਰਾਂ ਦੀ ਗੱਲ ਬੁਰੀ ਲੱਗਦੀ ਹੈ ਜੋ ਉਸਦੇ ਪਤੀ ਨੂੰ ਨਜ਼ਰਅੰਦਾਜ਼ ਕਰਦੇ ਹਨ ਜਾਂ ਪਹਿਲਾਂ ਵਾਲੀ ਇੱਜ਼ਤ ਨਹੀਂ ਹੁੰਦੀ। ਪਰ ਜਦੋਂ ਉਸਨੇ ਉਸ ਦੀਆਂ ਬੁਰਾਈਆਂ ਕੀਤੀਆਂ ਉਹ ਗੁੱਸੇ ਵਿੱਚ ਸੀ। ਹੁਣ ਸਭ ਕੁਝ ਠੀਕ ਹੋਣ ਦੇ ਬਾਅਦ ਜੇਕਰ ਉਹ ਤਾਰੀਫਾਂ ਵੀ ਕਰਦੀ ਹੈ ਤਾਂ ਉਹ ਗੱਲ ਨਹੀਂ ਬਣਦੀ। ਪਤੀ ਪਤਨੀ ਦੀ ਥੋੜ੍ਹਾ ਜਿਹਾ ਮਨਮੁਟਾਵ ਤੋਂ ਬਾਅਦ ਕਈ ਵਾਰ ਬਹੁਤ ਜ਼ਿਆਦਾ ਬਣਨ ਲੱਗਦੀ ਹੈ। ਪਰ ਜੋ ਗੱਲਾਂ ਪਹਿਲਾਂ ਇੱਕ ਦੂਜੇ ਦੇ ਵਿਰੁੱਧ ਕੀਤੀਆਂ ਹੁੰਦੀਆਂ ਹਨ ਉਹਨਾਂ 'ਤੇ ਪਛਤਾਵਾ ਹੁੰਦਾ ਹੈ। ਉਹਨਾਂ ਲੋਕਾਂ ਨੂੰ ਇਕੱਠਿਆਂ ਵੇਖ ਕੇ ਉਹੀ ਗੱਲਾਂ ਦੁਹਰਾਈਆਂ ਜਾਂਦੀਆਂ ਹਨ। ਚੰਗਾ ਹੋਵੇਗਾ ਜੇਕਰ ਸਾਨੂੰ ਕਿਸੇ ਨਾਲ ਗੁੱਸਾ ਹੈ ਲੋਕਾਂ ਸਾਹਮਣੇ ਭੜਕਾਟ ਨਾ ਕੱਢੀ ਜਾਵੇ। ਚੰਗੀ ਸ਼ਖਸੀਅਤ ਦਾ ਅਸਲੀ ਪੱਖ ਤਾਂ ਉਦੋਂ ਪਤਾ ਲੱਗਦਾ ਹੈ ਜਦੋਂ ਅਸੀਂ ਗੁੱਸੇ ਵਿੱਚ ਹੁੰਦੇ ਹਾਂ। ਆਪੇ ਤੋਂ ਬਾਹਰ ਇਨਸਾਨ ਵਾਰ-ਵਾਰ ਰਿਸ਼ਤਿਆਂ ਦਾ ਘਾਣ ਕਰਦਾ ਹੈ। ਚੁੱਪ ਕਰਕੇ ਸਹਿ ਜਾਣਾ ਵੀ ਭਗਤੀ ਹੈ, ਪ੍ਰੀਖਿਆ ਹੈ ਇਨਸਾਨ ਦੀ। ਆਪਣੇ ਦੋਸਤ ਨੂੰ ਕਦੇ ਵੀ ਅਜਿਹੇ ਮਿਹਣੇ ਨਾ ਦੇਵੋ ਕਿ ਫਲਾਣੇ ਸਮੇਂ ਮੈਂ ਤੈਨੂੰ ਇਹ ਖਵਾਇਆ ਉਹ ਖਵਾਇਆ। ਬੜਾ ਪਚਕਾਨਾ ਲੱਗਦਾ ਹੈ ਸੁਣਨ ਵਾਲਿਆਂ ਨੂੰ ਅਤੇ ਖਾਣ ਵਾਲੇ ਨੂੰ ਵੀ ਬੜਾ ਪਛਤਾਵਾ ਹੁੰਦਾ ਹੈ। ਦੋਸਤੀ ਕੀਤੀ ਗੁਪਤ ਮਦਦ ਨੂੰ ਵੀ ਕਿਸੇ ਸਾਹਮਣੇ ਦੱਸ ਕੇ ਜਲੀਲ ਕਰਨਾ ਅਤੇ ਉਸਨੂੰ ਜਾਤੀ ਤੌਰ 'ਤੇ ਨੀਵਾਂ ਦਿਖਾਉਣਾ ਘਟੀਆ ਸ਼ਖਸੀਅਤ ਦੀ ਨਿਸ਼ਾਨੀ ਹੈ। ਕਹਿੰਦੇ ਹਨ ਕਿ ਇੱਕ ਚੁੱਪ ਸੌ ਸੁੱਖ। ਵਿਛੜਨਾ ਹਮੇਸ਼ਾ ਸਲੀਕੇਦਾਰ ਹੋਣਾ ਚਾਹੀਦਾ ਹੈ। ਸਿਆਣੇ ਕਹਿੰਦੇ ਹਨ ਕਿ ਮੂਰਖ ਨਾਲ ਬਹਿਸ ਨਾ ਕਰੋ ਕਿਉਂਕਿ ਸੁਣਨ ਵਾਲਿਆਂ ਨੂੰ ਪਤਾ ਨਹੀਂ ਲੱਗੇਗਾ ਕਿ ਕੌਣ ਗਲਤ ਹੈ ਅਤੇ ਕੌਣ ਸਹੀ। ਦੋਸਤੀ ਵਿੱਚ ਸਭ ਕੁਝ ਚੱਲਦਾ ਹੈ। ਜੇਕਰ ਕਿਸੇ ਨਾਲ ਵਿਗੜ ਜਾਵੇ ਤਾਂ ਹਰ ਆਮ ਗੱਲ ਵੀ ਵਿਅੰਗ ਲੱਗਦੀ ਹੈ, ਕਟਾਸ਼ ਲੱਗਦੀ ਹੈ ਅਤੇ ਤੀਜੇ ਬੰਦੇ ਨਾਲ ਕੀਤੀ ਆਮ ਗੱਲਬਾਤ ਵੀ ਇੰਝ ਲੱਗਦਾ ਹੈ ਜਿਵੇਂ ਉਹ ਸਾਡੀ ਹੀ ਚੁਗਲੀ ਕਰ ਰਿਹਾ ਹੋਵੇ। ਕਦੇ ਵੀ ਆਪਣੀ ਦੋਸਤ ਨੂੰ ਰਿਸ਼ਤੇਦਾਰ ਨੂੰ ਲੜਾਈ ਵੇਲੇ ਤਮਾਸ਼ਾ ਨਾ ਬਣਾਓ। ਕੋਸ਼ਿਸ਼ ਕਰੋ ਗਲਤਫਹਿਮੀਆਂ ਪੈਦਾ ਹੀ ਨਾ ਹੋਣ। ਜੇਕਰ ਪੈਦਾ ਹੋ ਗਈਆਂ ਹਨ ਤਾਂ ਸੁਲਝਾਉਣ ਦੀ ਕੋਸ਼ਿਸ਼ ਕਰੋ। ਬੜੇ ਸੰਜਮ ਨਾਲ ਆਪਣੇ ਦੋਸਤ ਮਿੱਤਰ ਰਿਸ਼ਤੇਦਾਰ ਨੂੰ ਅਲਵਿਦਾ ਕਹੋ। ਜਿਵੇਂ ਸਿਆਣੇ ਕਹਿੰਦੇ ਹਨ, ਸੱਜਣ ਛੱਡੀਏ ਹੱਸ ਕੇ ਫਿਰ ਵੀ ਆਉਂਦੇ ਕੰਮ। ਸੱਜਣ ਛੱਡੀਏ ਹੱਸ ਕੇ ਫਿਰ ਵੀ ਆਉਂਦੇ ਕੰਮ। ਥੈਂਕ ਯੂ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ ਤੁਹਾਡੇ ਲਈ।